IPS मैथ क्लासेस YouTube चैनल ਦੇ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ। ਹੁਣ ਘਰ ਬੈਠੇ ਹੀ YouTube ਤੇ ਮੈਥ ਸਿੱਖਣ ਲਈ IPS ਮੈਥ ਕਲਾਸਿਸ YouTube ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰੋ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਸਬਸਕ੍ਰਾਈਬ ਕਰਵਾਓ। 10ਵੀਂ ਕਲਾਸ ਦੇ ਵਿਦਿਆਰਥੀਆਂ ਦਾ IPS ਮੈਥ ਕਲਾਸਿਸ YouTube ਚੈਨਲ ਵਿੱਚ ਸਵਾਗਤ ਹੈ। ਵਿਦਿਆਰਥੀਓ, ਅਭਿਆਸ 6 ਅਤੇ 10 6ਵਾਂ ਅਭਿਆਸ ਤ੍ਰਿਭੁਜ ਅਤੇ ਚੱਕਰ ਵਿੱਚੋਂ एग्जाम ਦੇ ਵਿੱਚ ਦੋ ਥਿਊਰਮਾਂ ਆਉਂਦੀਆਂ ਨੇ ਔਰ 6 ਅੰਕ ਦੀਆਂ ਇਹ ਥਿਊਰਮਾਂ ਹੁੰਦੀਆਂ ਨੇ। ਤਾਂ ਵਿਦਿਆਰਥੀਓ, ਆਪਾਂ ਇਸ ਵੀਡੀਓ ਦੇ ਵਿੱਚ ਕੁੱਲ 3 ਥਿਊਰਮਾਂ ਕਰਾਂਗੇ। 3 ਦੇ ਵਿੱਚੋਂ 2 ਥਿਊਰਮਾਂ ਐਗਜ਼ਾਮ ਦੇ ਵਿੱਚ ਆਉਣ ਦੇ ਕਾਫੀ ਸਾਰੇ ਚਾਂਸਿਸ ਨੇ। ਤਾਂ ਵਿਦਿਆਰਥੀਓ, ਆਓ ਆਪਾਂ ਪਾਈਥਾਗੋਰਸ ਥਿਊਰਮ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਪਰਿਭਾਸ਼ਾ, ਕਿਸੇ ਸਮਕੋਣੀ ਤ੍ਰਿਕੋਣ ਵਿੱਚ ਕਰਨ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਤਾਂ ਵਿਦਿਆਰਥੀਓ, ਜਿਹੜੀ ਸਮਕੋਣੀ ਤ੍ਰਿਕੋਣ ਹੈ, ਪਹਿਲਾਂ ਆਪਾਂ ਉਹ ਬਣਾਵਾਂਗੇ ਸਮਕੋਣੀ ਤ੍ਰਿਕੋਣ। ਤਾਂ ਵਿਦਿਆਰਥੀਓ, ਇਹ ਸਮਕੋਣੀ ਤ੍ਰਿਕੋਣ ਹੈ। ABC ਇੱਕ ਕੀ ਹੈ ਆਪਣੇ ਕੋਲ ਸਮਕੋਣੀ ਤ੍ਰਿਕੋਣ। ਤੁਸੀਂ ਆ ਦੇਖ ਰਹੇ ਹੋ ਸਮਕੋਣੀ ਤ੍ਰਿਕੋਣ। ਤਾਂ ਆਪਾਂ ਪਹਿਲਾਂ ਗਿਵਨ ਲਿਖਾਂਗੇ, ਦਿੱਤਾ ਹੈ ਇੱਕ ਆਪਾਂ ਨੂੰ ਤ੍ਰਿਭੁਜ ਦਿੱਤੀ ਹੈ ABC। ਆ ਤੁਸੀਂ ਡਾਇਗਰਾਮ ਦੇਖ ਰਹੇ ਹੋ। ABC ਇੱਕ ਤ੍ਰਿਭੁਜ ਹੈ ਜਿਸ ਵਿੱਚ B ਕੋਣ ਕਿੰਨੇ ਡਿਗਰੀ ਦਾ ਹੈ? 90 ਡਿਗਰੀ ਦਾ। ਆਪਾਂ B ਕੋਣ ਨੂੰ ਆਪਾਂ ਕੀ ਮੰਨ ਲਿਆ? 90 ਡਿਗਰੀ। ਉਸ ਤੋਂ ਬਾਅਦ ਆਪਾਂ ਸਿੱਧ ਕੀ ਕਰਨਾ ਹੈ? ਸਿੱਧ ਕਰਨਾ ਦੇਖੋ ਵਿਦਿਆਰਥੀਓ, ਇੰਪੋਰਟੈਂਟ ਚੀਜ਼ ਹੈ। AC ਦਾ ਵਰਗ ਜਿਹੜਾ ਕਰਨ ਹੈ AC, ਉਹ ਆਧਾਰ ਤੇ ਲੰਬ ਦੇ ਵਰਗ ਦੇ ਜੋੜ ਦੇ ਬਰਾਬਰ ਹੈ। ਆਧਾਰ ਕਿੰਨਾ ਹੈ? BC ਤੇ ਲੰਬ ਕਿੰਨਾ ਹੈ? AB। ਤਾਂ ਵਿਦਿਆਰਥੀ ਇੱਕ ਰਚਨਾ ਕਰਨੀ ਹੈ BD। ਆਹ ਵਾਲੀ ਜਿਹੜੀ ਲੰਬ ਹੈ BD ਲੰਬ AC ਦੇ ਉੱਪਰ ਇੱਕ ਲੰਬ ਖਿੱਚੋ ਜੋ ਕਿ 90 ਡਿਗਰੀ ਦਾ ਹੈ। ਤਾਂ ਹੁਣ ਵਿਦਿਆਰਥੀਓ, ਆਪਾਂ ਜਿਹੜਾ ਹੈ ਸਬੂਤ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦੋ ਤ੍ਰਿਭੁਜਾਂ ਲੈ ਲਾਂਗੇ ABC ਅਤੇ ABD। ਆਪਣੇ ਕੋਲ ਇਹ ਦੋ ਤ੍ਰਿਭੁਜਾਂ ਨੇ ABC ਅਤੇ ABD। ਤਾਂ ਵਿਦਿਆਰਥੀ, ਇੱਕ ਵੱਡੀ ਤ੍ਰਿਭੁਜ ਲੈਣੀ ਹੈ ਔਰ ਇੱਕ ਆਪਾਂ ਛੋਟੀ ਤ੍ਰਿਭੁਜ ਲੈਣੀ ਹੈ, ਇਹ ਵਾਲੀ। ਤਾਂ ਵਿਦਿਆਰਥੀਓ, ਹੁਣ ਇਹਦੇ 'ਚ ਦੇਖੋਗੇ ਜਿਹੜੀ ਵੱਡੀ ਤ੍ਰਿਭੁਜ ਹੈ ਤੇ ਛੋਟੀ ਤ੍ਰਿਭੁਜ ਹੈ, ਆਹ ਵਾਲਾ ਜਿਹੜਾ ਕੋਣ ਹੈ, ਇਹ ਕੋਣ ਸਾਂਝਾ ਕੋਣ ਹੈ ਆਪਣੇ ਕੋਲ। ਉਸ ਤੋਂ ਬਾਅਦ ਜਿਹੜਾ ਕੋਣ ABC ਸੀਗਾ ਵੱਡੀ ਦਾ, B ਕੋਣ ਸੀ ਜਿਹੜਾ AB, ਇਹ ਦੇਖੋ ਤੁਸੀਂ ਕੋਣ, ਆਹ ਵਾਲਾ ਕੋਣ ABC, ਯਾਨੀ ਕਿ ABC 90 ਡਿਗਰੀ ਦਾ ਔਰ ਛੋਟੀ ਤ੍ਰਿਭੁਜ ਦਾ ABD ਕੋਣ, ਆਹ ਵਾਲਾ ਜਿਹੜਾ ਕੋਣ ਹੈ ਇਹ 90 ਡਿਗਰੀ ਦਾ ਹੈ। ਤਾਂ ਦੋਵੇਂ ਤ੍ਰਿਭੁਜਾਂ ਕੀ ਹੋ ਗਈਆਂ? ਸਮਰੂਪ ਹੋ ਗਈਆਂ। ਨਿਯਮ ਕਿਹੜਾ ਸੀ? AA ਨਿਯਮ ਦੇ ਅਨੁਸਾਰ, ਯਾਨੀ ਕਿ ਆਪਾਂ ਦੋ ਕੋਣ ਬਰਾਬਰ ਪ੍ਰੂਵ ਕਰਤੇ। ਤਾਂ ਵਿਦਿਆਰਥੀਓ, ਫਿਰ ਆਪਾਂ ਆਹ ਚੀਜ਼ ਜਿਹੜੀ ਹੈ ਬੜੀ ਧਿਆਨ ਨਾਲ ਸਮਝਣੀ ਹੈ। 90 ਡਿਗਰੀ ਦੇ ਸਾਹਮਣੇ ਵਾਲੀ ਭੁਜਾ ਦੇਖਣੀ ਆਪਾਂ। ਤਾਂ ਤੁਸੀਂ ਦੇਖੋ ਪਹਿਲਾਂ 90 ਡਿਗਰੀ ਦੇ ਜਿਹੜੀ ਸਾਹਮਣੇ ਵਾਲੀ ਭੁਜਾ ਹੈ ਤੇ ਇੱਕ 90 ਡਿਗਰੀ ਦੇ ਨਾਲ ਵਾਲੀ। ਪਹਿਲਾਂ 90 ਡਿਗਰੀ ਦੇ ਨਾਲ ਵਾਲੀ ਭੁਜਾ ਆਹ ਵਾਲੀ AB ਲਿਖੀ। ਇੱਧਰੋਂ 90 ਡਿਗਰੀ ਦੇ ਨਾਲ ਵਾਲੀ ਕਿਹੜੀ ਹੈ? ਛੋਟੀ ਤ੍ਰਿਭੁਜ ਦੀ AD। AB ਬਟਾ ਕਿੰਨਾ ਆ ਗਿਆ? AD। ਉਸ ਤੋਂ ਬਾਅਦ 90 ਡਿਗਰੀ ਦੇ ਸਾਹਮਣੇ ਆਹ AB ਕੋਣ ਹੈ ਤੇ 90 ਡਿਗਰੀ ਦੇ ਸਾਹਮਣੇ ਕਿਹੜੀ ਭੁਜਾ ਹੈ? AC। ਦੇਖੋ ਉੱਪਰ AC ਲਿਖੀ ਹੈ। ਫਿਰ ਛੋਟੀ ਤ੍ਰਿਭੁਜ ਆਹ ਵਾਲੀ ਹੈ ਤੇ 90 ਡਿਗਰੀ ਦੇ ਸਾਹਮਣੇ ਕਿਹੜੀ ਭੁਜਾ ਹੈ? AB। ਤਾਂ ਵਿਦਿਆਰਥੀਓ, ਇਹ ਯਾਦ ਕਰ ਲੈਣਾ। ਫਿਰ ਕ੍ਰਾਸ ਮਲਟੀਪਲਾਈ ਕਰਤੀ, AB ਦੀ AB ਨਾਲ ਗੁਣਾ ਕਰਾਂਗੇ, AB ਦੀ ਪਾਵਰ ਕਿੰਨਾ ਹੋ ਗਿਆ? 2। ਤੇ ਇੱਧਰ ਤਿਰਛੀ ਗੁਣਾ ਕਰਤੀ AD ਗੁਣਾ AC, ਇਹਨੂੰ ਸਮੀਕਰਨ ਕਿੰਨਾ ਮੰਨ ਲਿਆ? 1। ਤਾਂ ਫਿਰ ਵਿਦਿਆਰਥੀਓ, ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਆਪਾਂ ਇੱਕ ਵੱਡੀ ਤ੍ਰਿਕੋਣ ਲੈਣੀ ਹੈ ਤੇ ਦੂਜੀ ਤ੍ਰਿਕੋਣ ਕਿਹੜੀ ਹੈ? BDC। ਛੋਟੀ ਤ੍ਰਿਕੋਣ ਲੈਣੀ ਹੈ, ਇਹ ਵੀ ਸਮਰੂਪ ਹੋਣਗੀਆਂ। ਤਾਂ ਵਿਦਿਆਰਥੀਓ, ਇਹ ਦੋਵੇਂ ਤ੍ਰਿਕੋਣਾਂ ਕੀ ਹੋਣਗੀਆਂ? ਸਮਰੂਪ ਹੋਣਗੀਆਂ ਇਸੇ ਤਰ੍ਹਾਂ ਹੀ ਨਿਯਮ ਦੇ ਨਾਲ। ਤਾਂ ਵਿਦਿਆਰਥੀਓ, ਇੱਕ ਸਟੈਪ ਤੁਸੀਂ ਐਕਸਟਰਾ ਕਰ ਸਕਦੇ ਹੋ ਇਸ ਵਿੱਚ। ਵੱਡੀ ਤ੍ਰਿਕੋਣ ਦੇ ਵਿੱਚ ਫਿਰ ਕੀ ਹੈ? ABC, ਉਧਰੋਂ ਇੱਧਰੋਂ ਕਿਹੜਾ ਹੈ? BDC। ਤਾਂ ਦੁਬਾਰਾ ਦੇਖੋ ਵਿਦਿਆਰਥੀਓ, ABC ਕੋਣ ਤੇ ਦੂਸਰੇ ਪਾਸੇ BDC ਕੋਣ, ਇਹ 90 ਡਿਗਰੀ ਦਾ ਹੈ ਤੇ ਇਹਦੇ ਵਿੱਚ ਸਾਂਝਾ ਕੋਣ ਕਿਹੜਾ ਹੈ? C ਕੋਣ। C ਕੋਣ ਬਰਾਬਰ C ਕੋਣ, ਇਹ ਕੀ ਹੈ? ਸਾਂਝਾ ਕੋਣ। ਇਹ ਸਟੈਪ ਤੁਸੀਂ ਲਿਖ ਸਕਦੇ ਹੋ। ਉਸ ਤੋਂ ਬਾਅਦ ਇਹ ਦੋਵੇਂ ਤ੍ਰਿਭੁਜਾਂ ਕੀ ਹੋ ਜਾਣਗੀਆਂ? ਸਮਰੂਪ। ABC ਸਮਰੂਪ ਹੋ ਜਾਏਗੀ BDC ਦੇ। ਤੇ ਨਿਯਮ ਕਿਹੜਾ ਲਾਇਆ ਆਪਾਂ ਫਿਰ? AA ਨਿਯਮ। ਇਹ ਸਟੈਪ ਤੁਸੀਂ ਐਕਸਟਰਾ ਲਿਖ ਸਕਦੇ ਹੋ ਇਸ ਸਟੈਪ ਨੂੰ ਕਰਨ ਤੋਂ ਪਹਿਲਾਂ। ਫਿਰ ਉਸੇ ਤਰੀਕੇ ਨਾਲ ਹੀ ਵਿਦਿਆਰਥੀਓ, ਜਿਹੜਾ ਆਹ ਵਾਲਾ ਸਟੈਪ ਕੀਤਾ ਸੀ, ਇਸੇ ਤਰੀਕੇ ਨਾਲ ਹੀ ਇੱਕ ਆਪਾਂ ਸਟੈਪ ਕਰਾਂਗੇ। ਪਹਿਲਾਂ 90 ਡਿਗਰੀ ਦੇ ਨਾਲ, ਆਹ 90 ਡਿਗਰੀ ਦੇ ਨਾਲ ਵਾਲੀ ਭੁਜਾ ਕਿਹੜੀ ਹੈ? ਪਹਿਲਾਂ BC ਬਟਾ ਇੱਧਰੋਂ 90 ਡਿਗਰੀ ਦੇ ਨਾਲ ਵਾਲੀ ਭੁਜਾ ਕਿਹੜੀ ਹੈ? DC। ਇਸੇ ਤਰ੍ਹਾਂ ਹੀ ਫਿਰ 90 ਡਿਗਰੀ ਦੇ ਸਾਹਮਣੇ, 90 ਡਿਗਰੀ ਦੇ ਸਾਹਮਣੇ ਕਿਹੜੀ ਸੀਗੀ? AC ਭੁਜਾ। ਇੱਧਰੋਂ
ਆਹ ਵਾਲਾ 90 ਡਿਗਰੀ ਦਾ ਕੌਣ ਸੀ, ਇਹਦੇ ਸਾਹਮਣੇ ਭੁਜਾ ਕਿਹੜੀ ਹੈ, ਬੀ ਸੀ। ਇਹ ਤੁਸੀਂ ਲਿਖ ਸਕਦੇ ਹੋ ਇੱਕ ਸਟੈਪ ਹੋਰ ਐਕਸਟਰਾ। ਫਿਰ ਕ੍ਰਾਸ ਮਲਟੀਪਲਾਈ ਕੀਤੀ, ਆਹ ਵਾਲਾ ਸਟੈਪ ਆ ਗਿਆ ਬੀ ਸੀ ਦੀ ਪਾਵਰ 2 ਤੇ ਇਹਦੀ ਤਿਰਛੀ ਗੁਣਾ ਕਰਤੀ ਏ ਸੀ ਗੁਣਾ ਡੀ ਸੀ। ਇਹਨੂੰ ਸਮੀਕਰਨ ਕਿੰਨਾ ਮੰਨ ਲਿਆ, 2। ਉਸ ਤੋਂ ਬਾਅਦ ਵਿਦਿਆਰਥੀਓ ਸਮੀਕਰਨ 1 ਅਤੇ 2 ਨੂੰ ਜੋੜਨ ਤੇ ਇਹ ਦੋਨੋਂ ਸਮੀਕਰਨ ਹੈ, ਇਹਨਾਂ ਨੂੰ ਜੋੜ ਦਿਓ। ਪਹਿਲਾਂ ਲੈਫਟ ਸਾਈਡ ਜੋੜਾਂਗੇ ਏ ਬੀ ਦੀ ਪਾਵਰ 2 ਬੀ ਸੀ ਦੀ ਪਾਵਰ 2। ਤਾਂ ਦੇਖੋ ਵਿਦਿਆਰਥੀਓ इधर खब्बा पासा जुड़ गया ए बी की पावर 2 बी सी की पावर 2 और इधर आ देखो ए सी थोड़ा जा देखो विद्यार्थियों इधर ऊपर वाली किहड़ी सी ए सी प्लस ए सी गुणा डी सी। तो विद्यार्थियों इन्होंने दोनों चो ए सी की आ रहा है, साझा आ रहा है। हुण सिर्फ राइट हैंड साइड में ही सॉल्व करांगे। ए सी साझा कढ़ लिया, इत्थे कितना बच गया ए डी ते डी सी। आ देखो ए डी ते डी सी। फिर नैक्सट स्टैप दे विच तुसीं देखोगे डायग्राम नूं देखो विद्यार्थियों, डायग्राम देखो ए डी ते डी सी का जोड़ किहदे बराबर है। उपर डायग्राम देखो आ रहा ए डी ते डी सी, इहदा जोड़ कर दईए तो पूरी की बन जाती है ए सी। ए डी प्लस डी सी किहदे बराबर बन जाती है, ए सी दे। तो देखो विद्यार्थियों ए डी प्लस डी सी बराबर किहदे हुंदी है, ए सी। आपां इहदी जगह ते ए सी पुट कर सकते हैं, ए सी पहला ही सीगा ये वाला। तो ए सी गुणा ए सी की पावर कितना हो गया, 2। यही आपां सिद्ध करना सीगा। तो ये पाइथागोरस थ्योरम होगी विद्यार्थियों, सिद्ध करना सी। तो ये थ्योरम अपनी नोट कर लेने। इस 6 नंबर की थ्योरम जी है एग्जाम के आ जाती है। तो नैक्सट थ्योरम थेल्स थ्योरम आप करते हाँ। तो देखो विद्यार्थियों इसनों आप शॉर्ट थेल्स थ्योरम या मूल समान अनुपात थ्योरम कहने हाँ। तो परिभाषा यदि विद्यार्थियों क्वेश्चन इस तरह लिखा आ सकता है, जेकर त्रिभुज की किसी भुजा के समांतर बाकी दो भुजावां नूं कटदी हुई एक रेखा खिंचीए तो वह इन्हां दोवां भुजावां नूं समान अनुपात विच वंडदी है। तो सब तो पहला विद्यार्थियों दिता है लिखांगे त्रिभुज ए बी सी जिस विच डी ई जिहड़ी है बी सी दे समांतर है। तो विद्यार्थियों आपां जिहड़ा सिद्ध करना है भी एक डायग्राम दिती है अपने कोल। तो एक इहनूं भुजा जिहड़ी है वो समान अनुपात पैरलर हैगी है डी ई। तो ये भुजावां समान अनुपात विच वंडदियां हन। ए डी बटा डी बी सिद्ध करना है, ए ई बटा ई सी सिद्ध करना है। आपां ए डी बटा डी बी ए ई बटा ई सी, इधरों ए डी बटा डी बी ए ई बटा ई सी, ये आपां सिद्ध करना है। तो देखो विद्यार्थियों डायग्राम बना लांगे आपां। तो डायग्राम्स नूं देखो पहला ए बी सी एक डायग्राम है अपने कोल, तुसीं देखोगे। तो आपां सिद्ध की करना है ए डी बटा डी बी ए ई बटा ई सी। तो विद्यार्थियों एक रचना कर लेनी है। रचना की है बिंदु डी तो एक जड़ा लंब खिंचना है डी जी, वो ए सी के उपर एक लंब खिंचोगे, ये वाला लंब है। उस तो बाद दूसरा बिंदु ई तो ई एफ एक लंब खिंचोगे। तो उस तो बाद लास्ट जो स्टैप है बिंदु बी तो डी नूं मिला दोगे, बी तो सी नूं मिला दोगे आ वाली, तो बी तो ई नूं मिला दो। तो विद्यार्थियों ये रचना कर लेनी है आपां। उस तो बाद विद्यार्थियों आपां जानते हाँ कि त्रिभुज का जिहड़ा खेत्रफल है किहदे बराबर हुंदा है। त्रिभुज का खेत्रफल 1/2 आधार गुणा शिखर लंब। तो सब तो पहला विद्यार्थियों दो त्रिकोणा लवांगे, त्रिकोण ए डी ई बटा त्रिकोण बी डी ई। द डायग्राम्स देखो ए डी ई आ वाली त्रिकोण बटा बी डी ई आ दो त्रिकोणा ले लांगे आपां। तो विद्यार्थियों इसका खेत्रफल का फॉर्मूला की हुंदा है, आ वाला जिहड़ा त्रिकोण है 1/2 आधार, आधार अपने कोल कितना है ए डी ते लंब कितना है इहदे विच ई एफ। तो इस तरह ही दूसरी त्रिभुज जी लवांगे नीचे वाली त्रिभुज 1/2, इस विच आधार कितना है बी डी ते लंब कितना है ई एफ, ये वाला लंब। तो देखो विद्यार्थियों ये आपां स्टैप कर लिया। त्रिभुज ए डी ई का खेत्रफल त्रिभुज बी डी ई का खेत्रफल बराबर की होंदा 1/2 आधार गुणा शिखर लंब। 1/2 नाल 1/2 कैंसल, ई एफ नाल ई एफ कैंसल। अपने कोल त्रिभुज ए डी ई का एरिया तो बी डी ई का एरिया कि बराबर बच गया ए डी बटा बी डी। तो इस तरह विद्यार्थियों फिर दूसरी दो त्रिकोणा लवांगे आपां ए डी ई ते सी डी ई। तो देखो विद्यार्थियों इधर वालियां जिहड़ियां दो त्रिकोण है ए डी ई इस पासे वाले पासे लवांगे तो दूसरी सी डी ई आ वाली दो त्रिकोणा लवांगे। तो इस विच आधार का फार्मूला 1/2, खेत्रफल का फार्मूला 1/2 आधार कितना है ए ई आ वाली साइड आ जाएगी, तो लंब कितना है डी जी। इस तरह ही
ਬਟੇ ਦੇ ਵਿੱਚ 1/2 ਆਧਾਰ ਕਿੰਨਾ ਹੈ EC ਤੇ ਲੰਬ ਕਿੰਨਾ ਇਹਦਾ ਵੀ DG। ਤਾਂ 1/2 ਨਾਲ 1/2 ਕੱਟਿਆ ਜਾਊਗਾ, DG ਨਾਲ DG ਕੱਟਿਆ ਜਾਏਗਾ। ਦੇਖੋ ਵਿਦਿਆਰਥੀਓ ਆ ਦੋ ਤਿਕੋਣ ਹੈ ਤਾਂ ਇਸ ਦੇ ਵਿੱਚ 1/2 ਨਾਲ 1/2 ਕੈਂਸਲ, DG ਨਾਲ DG ਕੈਂਸਲ। ਇਹ ਆਪਣੇ ਕੋਲ ਏਰੀਆ ਆ ਗਿਆ। ਇਸ ਨੂੰ ਸਮੀਕਰਨ ਕਿੰਨੀ ਮੰਨ ਲਈਏ 2। ਤਾਂ ਵਿਦਿਆਰਥੀਓ ਹੁਣ ਦੇਖੋ ਜਿਹੜੀ ਇੱਕੋ ਆਧਾਰ ਅਤੇ ਸਮਾਂਤਰ ਰੇਖਾਵਾਂ ਦੇ ਵਿਚਕਾਰ ਜਿਹੜੀਆਂ ਬਣੀਆਂ ਤ੍ਰਿਭੁਜ ਹੁੰਦੀਆਂ ਉਹਨਾਂ ਦਾ ਖੇਤਰਫਲ ਕੀ ਹੁੰਦਾ ਹੈ, ਬਰਾਬਰ ਹੁੰਦਾ ਹੈ। ਅਤੇ ਤ੍ਰਿਭੁਜ BDE ਅਤੇ CD ਇੱਕੋ ਆਧਾਰ 'ਤੇ ਬਣੀ ਹੈ, ਇਹਨਾਂ ਦਾ ਖੇਤਰਫਲ ਕੀ ਹੋਏਗਾ, ਬਰਾਬਰ ਹੋਏਗਾ। ਇਸ ਨੂੰ ਸਮੀਕਰਨ ਕਿੰਨੀ ਮੰਨ ਲਈਏ 3। ਤਾਂ ਦੇਖੋ ਇਹ ਇੱਕੋ ਆਧਾਰ 'ਤੇ ਬਣੀ ਹੈ, ਇਹ ਦੋ ਤਿਕੋਣਾ DE 'ਤੇ ਬਣੀ ਹੈ। ਦੇਖੋ ਆਹ ਵਾਲੀ ਇੱਕੋ ਹੀ ਆਧਾਰ 'ਤੇ ਬਣੀ ਹੈ, DE 'ਤੇ ਬਣੀ ਹੈ, ਤਾਂ ਇਹਨਾਂ ਦੋਨਾਂ ਦਾ ਖੇਤਰਫਲ ਕੀ ਹੋਏਗਾ, ਬਰਾਬਰ ਹੋਏਗਾ। ਤਾਂ ਦੇਖੋ ਵਿਦਿਆਰਥੀਓ ਤਾਂ ਦੋਵੇਂ ਤ੍ਰਿਭੁਜਾਂ ਦਾ ਖੇਤਰਫਲ ਕੀ ਹੋ ਗਿਆ, ਬਰਾਬਰ। ਅਤੇ ਸਮੀਕਰਨ 1 ਅਤੇ 2 ਤੋਂ ਫਿਰ ਇਹ ਜੇ ਥਰਡੀਆ ਦਾ ਸਮੀਕਰਨ ਦਾ ਖੇਤਰਫਲ ਬਰਾਬਰ ਹੈ ਤਾਂ ਉੱਪਰਲੀਆਂ ਰਕਮਾਂ ਜਿਹੜੀਆਂ ਉਹ ਪਹਿਲਾਂ ਹੀ ਬਰਾਬਰ ਸੀਗੀਆਂ, ਇਸ ਲਈ AD/DB AE/EC ਹੋ ਜਾਏਗਾ। ਤਾਂ ਇਹੀ ਆਪਾਂ ਸਿੱਧ ਕਰਨਾ ਸੀਗਾ ਵਿਦਿਆਰਥੀਓ। ਤਾਂ ਨੈਕਸਟ ਕੁਐਸਚਨ, ਆਖਰੀ ਥਿਓਰਮ ਜਿਹੜੀ ਹੈ ਥਰਡ ਥਿਓਰਮ 10ਵੇਂ ਅਭਿਆਸ ਦੇ ਵਿੱਚੋਂ। ਦੇਖੋ ਤੀਸਰੀ ਥਿਓਰਮ ਚੱਕਰ ਦੀ ਸਪਰਸ਼ ਰੇਖਾ ਥਿਓਰਮ, ਬਹੁਤ ਹੀ ਇੰਪੋਰਟੈਂਟ ਥਿਓਰਮ ਹੈ ਵਿਦਿਆਰਥੀਓ। ਇਹ ਥਰਡ ਚੈਪਟਰ 10ਵੇਂ ਚੈਪਟਰ ਦੇ ਵਿੱਚੋਂ ਇਹ ਥਿਓਰਮ ਹੈ। ਇੱਕੋ ਹੀ ਥਿਓਰਮ ਹੈ ਅਤੇ ਕਾਫੀ ਇੰਪੋਰਟੈਂਟ ਹੈ, ਐਗਜ਼ਾਮ ਦੇ ਵਿੱਚ ਆ ਜਾਂਦੀ ਹੈ। ਕਿਸੇ ਚੱਕਰ ਦੇ ਬਾਹਰੀ ਤੋਂ ਚੱਕਰ ਉੱਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਹਨ। ਤਾਂ ਵਿਦਿਆਰਥੀਓ ਆਪਾਂ ਨੂੰ ਦਿੱਤਾ ਕੀ ਹੈ, ਇੱਕ ਚੱਕਰ ਦਿੱਤਾ ਗਿਆ ਹੈ ਜਿਸ ਦਾ ਕੇਂਦਰ ਕੀ ਹੈ, ਉਹ ਹੈ P। ਚੱਕਰ ਦਾ ਬਾਹਰੀ ਬਿੰਦੂ ਹੈ PQ ਅਤੇ PR ਚੱਕਰ ਦੀਆਂ ਦੋ ਸਪਰਸ਼ ਰੇਖਾਵਾਂ ਹਨ। ਆਹ ਦੇਖੋ ਵਿਦਿਆਰਥੀਓ ਡਾਇਗਰਾਮਸ ਦੇਖੋ ਤੁਸੀਂ, ਇਹ ਡਾਇਗਰਾਮ ਹੈ ਵਿਦਿਆਰਥੀਓ। ਇਹ ਚੱਕਰ ਦਾ ਕੇਂਦਰ O ਹੈ, ਚੱਕਰ ਦਾ ਬਾਹਰੀ ਬਿੰਦੂ ਕਿਹੜਾ ਹੈ P, ਅਤੇ ਇਹ ਦੋ ਸਪਰਸ਼ ਰੇਖਾਵਾਂ ਨੇ PQ ਅਤੇ PR। ਤਾਂ ਇਹਨਾਂ ਦੋਨਾਂ ਨੂੰ ਆਪਣੀਆਂ ਲੰਬਾਈਆਂ ਜਿਹੜੀਆਂ PQ ਸਪਰਸ਼ ਰੇਖਾ ਹੈ, ਇੱਧਰੋਂ ਕਿਹੜੀ ਹੈ PR, ਇਹ ਆਪਾਂ ਬਰਾਬਰ ਸਿੱਧ ਕਰਨੀ ਹੈ। ਤਾਂ ਵਿਦਿਆਰਥੀਓ ਇੱਕ ਰਚਨਾ ਕਰ ਲੈਣੀ ਹੈ। ਰਚਨਾ ਕੀ ਹੈ, O ਅਤੇ P ਨੂੰ ਮਿਲਾ ਦਿਓ, ਆਹ ਵਾਲੀ ਲਾਈਨ O ਅਤੇ Q ਨੂੰ ਮਿਲਾ ਦਿਓ ਅਤੇ O ਅਤੇ R ਨੂੰ ਮਿਲਾ ਦਿਓ। ਤਾਂ ਵਿਦਿਆਰਥੀਓ ਤਿੰਨ ਰਚਨਾ ਕਰਨੀ ਹੈ। ਬਹੁਤ ਹੀ ਆਸਾਨ ਥਿਓਰਮ ਹੈ, ਛੋਟੀ ਜਿਹੀ ਥਿਓਰਮ ਹੈ ਵਿਦਿਆਰਥੀਓ, ਔਰ ਈਜ਼ੀ ਵੀ ਹੈ। ਤਾਂ ਫਿਰ ਦੇਖੋ ਵਿਦਿਆਰਥੀਓ ਸਬੂਤ ਇਹਦਾ। ਤਾਂ ਵਿਦਿਆਰਥੀਓ ਅਸੀਂ ਜਾਣਦੇ ਹਾਂ ਕਿ ਚੱਕਰ ਦੇ ਅਰਧ ਵਿਆਸ ਅਤੇ ਸਪਰਸ਼ ਰੇਖਾਵਾਂ ਵਿਚਕਾਰ ਬਣਿਆ ਕੋਣ ਸਮਕੋਣ ਹੁੰਦਾ ਹੈ। ਜਿਹੜਾ ਇੱਥੇ ਕੋਣ ਬਣਦਾ ਹੈ ਹਮੇਸ਼ਾ ਹੀ ਕੀ ਹੁੰਦਾ ਹੈ, ਸਮਕੋਣ ਹੁੰਦਾ ਹੈ। ਤਾਂ ਦੇਖੋ ਵਿਦਿਆਰਥੀਓ ਤਾਂ ਹੁਣ ਜਿਹੜਾ ਕੋਣ ਹੈ ਇਸ ਲਈ OQP, O ਦਾ ਡਾਇਗਰਾਮ ਦੇਖੋ ਵਿਦਿਆਰਥੀਓ, OQP ਆਹ ਵਾਲਾ ਜਿਹੜਾ ਕੋਣ ਹੈ ਕਿੰਨੇ ਡਿਗਰੀ ਦਾ ਹੋਏਗਾ, 90 ਡਿਗਰੀ ਦਾ। ਇਸੇ ਤਰ੍ਹਾਂ ਹੀ ORP ਇਹ ਵੀ ਕਿੰਨੇ ਡਿਗਰੀ ਦਾ ਹੋਏਗਾ, 90 ਡਿਗਰੀ ਦਾ। ਤਾਂ ਦੇਖੋ ਵਿਦਿਆਰਥੀਓ OQP ਅਤੇ ORP ਕਿਹਦੇ ਬਰਾਬਰ ਹੋਏਗਾ, 90 ਡਿਗਰੀ। ਇਸ ਨੂੰ ਸਮੀਕਰਨ ਕਿੰਨੀ ਮੰਨ ਲਓ 1, ਅਤੇ ਦੋਵੇਂ ਤਿਕੋਣਾ ਲੈ ਲਓ, ਤਿਕੋਣ OQP ਅਤੇ ORP ਵਿੱਚ। ਤਾਂ ਦੇਖੋ ਵਿਦਿਆਰਥੀਓ ਇਹ ਦੋ ਤਿਕੋਣਾ ਲੈ ਲਈਆਂ। ਤਾਂ ਇਸ ਵਿੱਚ ਕੀ ਹੈ, OP ਇੱਕ ਸਾਂਝੀ ਭੁਜਾ ਹੈ, OQ ਅਤੇ OR ਬਰਾਬਰ ਨੇ ਕਿਉਂਕਿ ਇਹ ਅਰਧ ਵਿਆਸ ਨੇ। ਤਾਂ ਇੱਕ ਕੋਣ ਕੀ ਹੈ, 90 ਡਿਗਰੀ ਦਾ ਹੈ। ਤਿੰਨ ਚੀਜ਼ਾਂ ਆਪਾਂ ਬਰਾਬਰ ਸਿੱਧ ਕਰ ਦਾਂਗੇ। ਤਾਂ ਦੇਖੋ ਵਿਦਿਆਰਥੀਓ OQ ਅਤੇ OR ਬਰਾਬਰ ਨੇ ਕਿਉਂਕਿ ਇਹ ਅਰਧ ਵਿਆਸ ਨੇ। OP ਸਾਂਝੀ ਭੁਜਾ ਹੈ, OQP ਅਤੇ ORP 90 ਡਿਗਰੀ ਨੇ। ਸਮੀਕਰਨ 1 ਤੋਂ ਆਪਾਂ ਪਤਾ ਕਰ ਲਿਆ। ਦੋਵੇਂ ਤ੍ਰਿਭੁਜਾਂ ਕੀ ਹੋ ਗਈਆਂ, ਸਰਬਾਂਗਸਮ ਹੋ ਗਿਆ। ਨਿਯਮ ਕਿਹੜਾ ਲੱਗਿਆ, RHS। RH ਕੀ ਹੁੰਦਾ, ਕਰਨ ਭੁਜਾ ਅਤੇ ਸਮਕੋਣ। ਤਾਂ ਵਿਦਿਆਰਥੀਓ ਫਿਰ ਬਾਈ CPCT ਜਿਹੜੀਆਂ ਸਰਬਾਂਗਸਮ ਤ੍ਰਿਭੁਜਾਂ ਹੁੰਦੀਆਂ ਹਨ ਉਹਨਾਂ ਦੇ ਸੰਗਤ ਭਾਗ ਵੀ ਕੀ ਹੁੰਦੇ ਹਨ, ਬਰਾਬਰ ਹੁੰਦੇ ਹਨ। ਇਸ ਲਈ PQ ਕਿਹਦੇ ਬਰਾਬਰ ਹੋਏਗੀ, PR ਹੋਏਗੀ। ਤਾਂ ਉਮੀਦ ਕਰਦਾ ਹਾਂ ਵਿਦਿਆਰਥੀਓ ਤਿੰਨੋਂ ਥਿਓਰਮ ਤੁਹਾਨੂੰ ਸਮਝ ਆ ਗਈਆਂ ਹੋਣੀ ਹੈ। IPS ਮੈਥ ਕਲਾਸਿਸ ਜੁਆਇਨ ਕਰਨ ਲਈ ਤੁਹਾਡਾ ਧੰਨਵਾਦ। ਥੈਂਕ ਯੂ ਵੈਰੀ ਮੱਚ। ਨੈਕਸਟ ਵੀਡੀਓ ਦੇ ਵਿੱਚ ਫਿਰ ਕੁਝ ਨਵਾਂ ਲੈ ਕੇ ਮਿਲਾਂਗੇ। ਧੰਨਵਾਦ।